ਮਾਸ਼ੂਕ ਯਾਰ ਦੇ ਹਵਾਲੇ ਅੱਜ ਕੱਲ੍ਹ ਦੇ ਦੌਰ ਤੇ ਕਿਸੇ ਨੂੰ ਕੋਈ ਖੋਤੀ ਦੀ ਰੱਸੀ ਵੀ ਨਹੀਂ ਫੜਾਉਂਦਾ। ਜਵਾਨ ਨੇ ਸਿਰਫ ਆਪਣੇ ਯਾਰ ਨਾਲ ਵਾਅਦਾ ਕੀਤਾ ਕਿ ਮੇਰੀ ਮਸ਼ੂਕ ਜਿਹੜੀ ਹੈ ਸੰਭਾਲ ਕੇ ਰੱਖੀ। ਦੋਵਾਂ ਦੀ ਯਾਰੀ ਬੜੀ ਪੀੜੀ ਸੀ, ਬਚਪਨ ਤੋਂ ਇਕੱਠੇ ਖੇਡਦੇ ਆਉਂਦੇ ਸੀ। ਤੇ ਜਵਾਨ ਨੂੰ 3 ਸਾਲ ਹੋ ਗਏ ਸੀ ਇਸ਼ਕ ਲੜਾਇਆ ਤੇ ਮਸ਼ੂਕ ਨੂੰ ਬੜਾ ਪਿਆਰ ਕਰਦਾ ਸੀ। ਉਹਨੂੰ ਵਾਅਦਾ ਕੀਤਾ ਸੀ ਕਿ ਮੈਂ ਵਿਆਹ ਤੇਰੇ ਨਾਲ ਹੀ ਕਰਾਂਗਾ। ਐ ਵੀ ਗੁਆਂਢੀ ਸੀ, ਬਿਲਕੁਲ ਹਮੇਸ਼ਾ ਇੱਕ ਦੂਜੇ ਦੇ ਘਰ ਆਵਣ ਜਾਣ ਵੀ ਆਇਆ ਸੀ। ਜਵਾਨ ਨੇ ਇੱਕ ਵਾਰੀ ਅੰਗੂਠੀ ਤੇ ਚੇਨ ਚੋਰੀ ਕਰਕੇ ਤੇ ਉਸ ਆਪਣੀ ਮਸ਼ੂਕ ਨੂੰ ਦਿੱਤੀ। ਘਰਦਿਆਂ ਨੂੰ ਪਤਾ ਲੱਗ ਗਿਆ। ਘਰਦਿਆਂ ਜਾ ਕੇ ਬੜੀ ਲੜਾਈ ਲਾਈ ਉਹਨਾਂ ਨਾਲ ਕਿ ਸਾਡੀ ਚੇਨ ਤੇ ਅੰਗੂਠੀ ਵਾਪਸ ਕਰੋ, ਸਾਡੇ ਮੋੜੇ ਕੋਲੋਂ ਇਹਨੇ ਫਰਾਡ ਨਾਲ ਲੈ ਲਈ ਹੈ। ਉਹ ਵੀ ਬੜੇ ਲੜੇ। ਉਹਨੇ ਆਖਿਆ ਤੁਸੀਂ ਆਪਣੇ ਮੋੜੇ ਨੂੰ ਸੰਭਾਲੋ, ਸਾਡੀ ਕੁੜੀ ਦੇ ਬਾਰੇ 'ਚ ਗੱਲ ਨਾ ਕਰਿਓ। ਸਾਰਾ ਮਹੱਲਾ ਪਿਆ ਸੁਣਦਾ ਸੀ ਇਹ ਕੀ ਕਰ ਰਹੇ ਨੇ, ਲੇਕਿਨ ਫੇਰ ਵੀ ਜਿਹੜਾ ਉਹਨਾਂ ਆਪਣੀ ਅੰਗੂਠੀ ਤੇ ਚੇਨ ਵਾਪਸ ਲਈ। ਘਰ ਆ ਗਏ, ਆ ਕੇ ਮੋੜੇ ਦੀ ਵੀ ਬੜੀ ਬੇਇੱਜ਼ਤੀ ਕੀਤੀ ਕਿ ਤੂੰ ਕਿਉਂ ਬਾਜ਼ ਨਹੀਂ ਆਉਂਦਾ, ਹੈ ਵੀ ਇਸ ਤਰ੍ਹਾਂ ਸਾਡੀ ਬੇਇੱਜ਼ਤੀ ਕਰਾਉਣ ਲੱਗੇ। ਉਹਨੇ ਆਖਿਆ ਤੁਸੀਂ ਮੇਰਾ ਇਹਦੇ ਨਾਲ ਵਿਆਹ ਕਰਾ ਦਿਓ। ਉਹਨਾਂ ਆਖਿਆ ਅਸਾਂ ਵਿਆਹ ਸ਼ਾ ਤੇਰਾ ਇਹਦੇ ਨਾਲ ਨਹੀਂ ਕਰਾਉਣਾ, ਇਹ ਬੰਦੇ ਹੀ ਠੀਕ ਨਹੀਂ ਹੈ। ਉਹਨੇ ਆਖਿਆ ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਸਾਰੀ ਜ਼ਿੰਦਗੀ ਕੁਆਰਾ ਬੈਠਾ ਰਵਾਂਗਾ, ਲੇਕਿਨ ਵਿਆਹ ਮੈਂ ਇਹਦੇ ਨਾਲ ਹੀ ਕਰਨਾ। ਉਹਨਾਂ ਆਖਿਆ ਪੁੱਤਰ ਜਾ ਫਿਰ ਵਿਆਹ ਕਰ ਲੈ, ਸਾਡੇ ਵੱਲੋਂ ਤੇ ਤੈਨੂੰ 1 ਰੁਪਈਆ ਨਹੀਂ ਲੱਭਣਾ, ਨਾਲੇ ਸਾਡੇ ਘਰੋਂ ਤੂੰ ਜਾ ਸਕਨੇ, ਸਾਡੇ ਘਰ ਤੇਰੇ ਵਾਸਤੇ ਕੋਈ ਜਗ੍ਹਾ ਨਹੀਂ। ਅੱਗੂ ਜਵਾਨ ਨੂੰ ਜਿਹੜਾ ਯੂਰਪ ਜਾਣ ਦਾ ਵੀ ਬੜਾ ਜਨੂਨ ਸੀ। ਉਹ ਕਹਿੰਦਾ ਸੀ ਕਿਸੇ ਤਰੀਕੇ ਨਾਲ ਮੈਂ ਯੂਰਪ ਜਾਵਾਂ। ਘਰਦਿਆਂ ਨਾਲ ਗੱਲ ਕੀਤੀ, ਉਹਨਾਂ ਆਖਿਆ ਜਾਂ ਤੂੰ ਉਹਦੇ ਨਾਲ ਵਿਆਹ ਕਰ ਲੈ ਜਾਂ ਫਿਰ ਜਿਹੜਾ ਤੂੰ ਸਾਡੀ ਸੁਣ ਚੁੱਪ ਕਰਕੇ ਯੂਰਪ ਟੁਰ ਜਾ। ਲੇਕਿਨ ਉਹਦਾ ਇਹ ਸੀ ਕਿ ਉਹ ਕਹਿੰਦਾ ਕਿ ਮੈਂ ਉਹਨੂੰ ਪਹਿਲਾਂ ਸ਼ਾਦੀ ਕਰਕੇ ਘਰ ਲਿਆਉਣਾ ਫਿਰ ਮੈਂ ਯੂਰਪ ਜਾਣਾ। ਉਹਨਾਂ ਆਖਿਆ ਫਿਰ ਪੁੱਤਰ ਸਾਡੇ ਵੱਲੋਂ ਹੱਥ ਖਲੇ ਨਹੀਂ, ਫਿਰ ਤੂੰ ਉਹਦੇ ਨਾਲ ਹੀ ਜਾ ਕੇ ਵਿਆਹ ਕਰ ਤੇ ਉਹਨਾਂ ਦੇ ਘਰ ਹੀ ਰਹਿ। ਉਹਨੂੰ ਪਰੇਸ਼ਾਨੀ ਬਣ ਗਈ। ਉਹਨੇ ਆਖਿਆ ਹੁਣ ਮੈਂ ਕਰਾਂ ਕਿ। ਉਹਨੇ ਆਪਣੇ ਯਾਰ ਨਾਲ ਗੱਲ ਕੀਤੀ ਕਿ ਯਾਰ ਇਸ ਤਰ੍ਹਾਂ ਮੇਰੇ ਨਾਲ ਬੜੀ ਟੈਨਸ਼ਨ ਬਣ ਗਈ ਹੈ, ਘਰ ਦੇ ਮੇਰੀ ਗੱਲ ਨਹੀਂ ਸੁਣਦੇ ਪਏ, ਤੂੰ ਹੀ ਕੋਈ ਹੱਲ ਦੱਸ। ਉਹਨੇ ਆਖਿਆ ਮੇਰੇ ਕੋਲ ਯਾਰ ਕੀ ਹੱਲ ਹੋਣਾ, ਜਾਂ ਤੂੰ ਵਿਆਹ ਕਰ ਲੈ, ਜੇ ਤੈਨੂੰ ਸੱਚਾ ਪਿਆਰ ਕਰਨੇ ਤੇ ਭੁੱਲ ਜਾ ਯੂਰਪ ਨੂੰ ਤੇ ਤੂੰ ਇੱਥੇ ਵਿਆਹ ਕਰਕੇ ਸੈਟਿੰਗ ਕਰ ਲੈ। ਉਹਨੇ ਆਖਿਆ ਨਹੀਂ ਯੂਰਪ ਤੇ ਮੈਂ ਜਾਣਾ ਹੀ ਜਾਣਾ ਹੈ। ਉਹਨੇ ਅੱਗੋਂ ਆਪੂ ਆਪਣੇ ਯਾਰ ਨੂੰ ਮਸ਼ਵਰਾ ਦਿੱਤਾ ਕਿ ਤੂੰ ਯਾਰ ਇੰਜ ਕਰ, ਮੈਂ ਯੂਰਪ ਜਾਣਾ ਤੇ ਤੂੰ ਪਿੱਛੂ ਜਿਹੜਾ ਨਾ ਮੇਰੀ ਮਸ਼ੂਕ ਨਾਲ ਨਿਕਾਹ ਕਰਕੇ ਆਪਣੇ ਕੋਲ ਅਮਾਨਤ ਦੇ ਤੌਰ ਤੇ ਰੱਖ ਲੈ। ਉਹਨੇ ਆਖਿਆ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ, ਪਹਿਲੀ ਤੇ ਗੱਲ ਹੈ ਮੇਰੇ ਘਰਦਿਆਂ ਨਹੀਂ ਮੰਨਣਾ, ਜੇ ਮੇਰੇ ਘਰ ਦੇ ਵੀ ਮੰਨ ਜਾਣ ਫਿਰ ਉਹ ਕੁੜੀ ਵਾਲਾ ਨਹੀਂ ਮੰਨਣਾ। ਉਹਨੇ ਆਖਿਆ ਬਾਕੀ ਗੱਲ ਤੂੰ ਮੇਰੇ ਤੇ ਛੱਡ ਦੇ, ਮੈਂ ਆਪਣੀ ਮਸ਼ੂਕ ਨਾਲ ਗੱਲ ਕਰ ਲਾਂਗਾ, ਉਹ ਆਪਣੇ ਘਰਦਿਆਂ ਨੂੰ ਰਾਜ਼ੀ ਕਰ ਲੇਗੀ, ਤੂੰ ਆਪਣੇ ਘਰਦਿਆਂ ਨੂੰ ਰਾਜ਼ੀ ਕਰ। ਤੇ ਇੱਕ ਗੱਲ ਮੇਰੀ ਯਾਦ ਰੱਖੀ, ਭਾਵੇਂ ਤੇਰਾ ਨਿਕਾਹ ਵੀ ਹੋ ਜੇ ਨਾ ਤੇ ਤੂੰ ਉਹਨੂੰ ਟੱਚ ਨਹੀਂ ਕਰਨਾ। ਜੇ ਤੂੰ ਉਹਨੂੰ ਟੱਚ ਕੀਤਾ ਤੇ ਮੇਰੀ ਗੱਲ ਸੁਣ ਲੈ ਕਿ ਤੇਰੀ ਮੇਰੀ ਦੁਸ਼ਮਣੀ ਪੈ ਜਾਣੀ ਹੈ, ਜਾਂ ਤੂੰ ਜ਼ਿੰਦਾ ਰਵੇਂਗਾ ਜਾਂ ਮੈਂ। ਉਹਨੇ ਆਖਿਆ ਗੱਲ ਸੁਣ, ਤੂੰ ਮੈਨੂੰ ਧਮਕੀ ਨਾ ਦੇ, ਹੈ ਵੀ ਜੇ ਤੇਰੀ ਮਸ਼ੂਕ ਨੇ ਆਪੂ ਚਾਹਿਆ ਮੇਰੇ ਨਾਲ ਸੋਣਾ ਤੇ ਫਿਰ ਮੈਂ ਕੀ ਕਰਾਂਗਾ। ਉਹਨੇ ਆਖਿਆ ਤੂੰ ਇਹ ਗੱਲ ਨਾ ਕਰ, ਹੈ ਵੀ ਉਹ ਮੇਰੇ ਨਾਲ ਸੱਚਾ ਪਿਆਰ ਕਰਦੀ ਹੈ। ਉਹਨੇ ਆਖਿਆ ਠੀਕ ਹੈ ਫਿਰ ਤੂੰ ਮੈਨੂੰ ਧਮਕੀ ਨਾ ਦੇ, ਉਹ ਤੇਰੀ ਅਮਾਨਤ ਮੇਰੇ ਕੋਲ ਰਵੇਗੀ। ਮੁੰਡੇ ਨੇ ਵੀ ਘਰਦਿਆਂ ਨਾਲ ਗੱਲ ਕੀਤੀ, ਪਹਿਲਾਂ ਤੇ ਉਹ ਮੰਨਦੇ ਕੋਈ ਨਹੀਂ ਸੀ। ਉਹਨੇ ਆਖਿਆ ਠੀਕ ਹੈ ਪੁੱਤਰ ਜਿਸ ਤਰ੍ਹਾਂ ਤੇਰੀ ਮਰਜ਼ੀ, ਅਗਰ ਤੂੰ ਸ਼ਾਦੀ ਕਰਨਾ ਚਾਹਨੇ ਅਸੀਂ ਜਾ ਕੇ ਰਿਸ਼ਤਾ ਪਤਾ ਕਰਨੇ ਆ। ਇਹ ਜਵਾਨ ਆਪੂ ਪਾਕਿਸਤਾਨ ਸੀ ਜਿਹਨੂੰ ਯੂਰਪ ਆਉਣ ਦਾ ਸ਼ੌਕ ਆਇਆ। ਉਹਨੇ ਆਪਣੀ ਮਸ਼ੂਕ ਨਾਲ ਗੱਲ ਕੀਤੀ, ਉਹ ਰੋਣ ਲੱਗ ਪਈ। ਉਹਨੇ ਆਖਿਆ ਤੂੰ ਮੈਨੂੰ ਮਗਰੂ ਪਿਆ ਲਾਉਂਦੀ। ਉਹਨੇ ਆਖਿਆ ਮੈਂ ਤੈਨੂੰ ਮਗਰੂ ਨਹੀਂ ਲਾਂਦਾ ਪਿਆ, ਮੈਂ ਸਿਰਫ ਆਪਣੇ ਯਾਰ ਨਾਲ ਗੱਲ ਕੀਤੀ ਹੈ, ਤੂੰ ਅਮਾਨਤ ਦੇ ਤੌਰ ਤੇ ਉੱਥੇ ਰਹਿਣਾ। ਜੋ ਹੀ ਮੈਂ ਉੱਥੇ ਯੂਰਪ ਜਾਵਾਂਗਾ, ਅੱਗੇ ਮੈਂ ਵਰਕ ਵੀਜ਼ੇ ਤੇ ਜਾ ਰਿਹਾ, ਜਾਂਦਿਆਂ ਸਾਥ ਹੀ ਮੇਰੇ ਪੇਪਰ ਬਣ ਜਾਣੇ, ਸਾਲ ਡੇਢ ਦੇ ਅੰਦਰ ਜਿਹੜਾ ਮੈਂ ਤੈਨੂੰ ਉੱਥੇ ਬੁਲਾ ਲੈਣਾ, ਤੂੰ ਕਿਉਂ ਪਰੇਸ਼ਾਨ ਹੋਣੀ ਹੈ। ਉਹਨੇ ਆਖਿਆ ਚੱਲ ਸਹੀ ਹੈ, ਮੈਂ ਤੇਰੀ ਗੱਲ ਮੰਨਣ ਨੂੰ ਤਿਆਰ ਹਾਂ। ਉਹਨੇ ਆਪਣੇ ਘਰਦਿਆਂ ਨਾਲ ਗੱਲ ਕੀਤੀ। ਘਰ ਦੇ ਜਿਹੜੇ ਆਂਦੇ ਪਹਿਲੀ ਤੇ ਗੱਲ ਅਸਾਂ ਤੇਰੀ ਉੱਥੇ ਸ਼ਾਦੀ ਨਹੀਂ ਕਰਨੀ। ਫਿਰ ਜਿਸਲੇ ਘਰਦਿਆਂ ਨੂੰ ਰਾਜ਼ੀ ਕਰ ਲਿਆ, ਉਹ ਜਨਾਬ ਰਿਸ਼ਤਾ ਲੈ ਕੇ ਆਏ। ਇਹਨਾਂ ਜਨਾਬ ਆਖਿਆ ਠੀਕ ਹੈ ਅਸੀਂ ਸ਼ਾਦੀ ਕਰਨੇ ਆ। ਜਵਾਨ ਜਿਹਦੀ ਮਸ਼ੂਕ ਗਈ ਉਹ ਨਾਲ ਸਰਬਾਲਾ ਬਣਿਆ ਸੀ, ਬੜੀ ਧੂਮ ਧਾਮ ਨਾਲ ਸ਼ਾਦੀ ਹੋਈ ਸੀ। ਸਾਰਿਆਂ ਨੂੰ ਪਤਾ ਸੀ ਕਿ ਬੜਾ ਇੱਕ ਦੂਜੇ ਨੂੰ ਪਿਆਰ ਕਰਦੇ ਨੇ। ਰੋਲਾ ਜੇ 2-3 ਵਾਰੀ ਪੈ ਬੈਠਿਆ ਸੀ। ਹਰ ਜਵਾਨ ਜਿਹੜਾ ਬੜਾ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਯਾਰ ਨਾਲ ਟੋਰੇ। ਜਿਉਂ ਹੀ ਉਹਨਾਂ ਦੇ ਘਰ ਗਈ ਹੈ, ਯਾਰ ਨੂੰ ਬਾਹਰ ਬੁਲਾ ਕੇ ਹੱਥ ਬੰਨ ਕੇ ਆਂਦਾ ਕਿ ਯਾਰ ਮੇਰੀ ਗੱਲ ਸੁਣ ਲੈ, ਮੇਰੀ ਜਾਨ ਜਿਹੜੀ ਆ ਉਹ ਤੇਰੇ ਘਰ ਆ ਗਈ ਹੈ, ਤੂੰ ਹੁਣ ਜਿਹੜਾ ਇਹਦਾ ਖਿਆਲ ਰੱਖਣਾ। ਉਹਨੇ ਆਖਿਆ ਗੱਲ ਸੁਣ, ਤੇਰੇ ਕਹਿਣ ਤੇ ਮੈਂ ਉਹਦੇ ਨਾਲ ਵਿਆਹ ਕੀਤਾ ਸਿਰਫ ਤੇਰੇ ਵਾਸਤੇ, ਜਿੰਨੀ ਦੇਰ ਤੱਕ ਤੂੰ ਵਾਪਸ ਨਹੀਂ ਨਾ ਆਉਣਾ ਇਹ ਮੇਰੇ ਨਿਕਾਹ 'ਚ ਰਹੇਗੀ। ਜਿਉਂ ਹੀ ਤੂੰ ਵਾਪਸ ਆਵੇਂਗਾ, ਜਿਸ ਵੇਲੇ ਆਖੇਂਗਾ ਮੈਂ ਇਹਨੂੰ ਤਲਾਕ ਦੇ ਦੇਵਾਂਗਾ, ਤੂੰ ਇਹਦੇ ਨਾਲ ਸ਼ਾਦੀ ਕਰ ਲਵੀਂ। ਉਹਨੇ ਆਖਿਆ ਚੱਲ ਸਹੀ ਹੈ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਉਹਨੇ ਘਰ ਆ ਕੇ ਗੱਲ ਕੀਤੀ ਕਿ ਲੋ ਜੀ ਉਹਦੀ ਤੇ ਹੋ ਗਈ ਹੈ ਹੁਣ ਸ਼ਾਦੀ, ਤੇ ਤੁਸੀਂ ਇੰਜ ਕਰੋ ਕਿ ਮੈਨੂੰ ਹੁਣ ਯੂਰਪ ਟੋਰੋ। ਉਹ ਜਨਾਬ ਉਹਨਾਂ ਆਖਿਆ ਠੀਕ ਹੈ ਕੋਈ ਨਹੀਂ ਮਸਲਾ ਠੀਕ ਹੈ, ਅਸੀਂ ਵਰਕ ਵੀਜ਼ਾ ਅੱਗੇ ਪਹਿਲਾਂ ਗੱਲ ਕੀਤੀ ਸੀ। ਉਹ ਜਨਾਬ ਵੀਜ਼ਾ ਲੱਗ ਗਿਆ ਤੇ ਜਵਾਨ ਜਿਹੜਾ ਯੂਰਪ ਪਹੁੰਚ ਆਇਆ, ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੱਗੋਂ ਮਸ਼ੂਕ ਆਂਦੀ ਕਿ ਮੈਨੂੰ ਲਾਦਾ ਖਰਚਾ ਟੋਰਿਆ ਕਰ। ਉਹ ਜਨਾਬ ਇਸ ਤਰ੍ਹਾਂ ਕਰਦਾ ਸੀ ਕਿ ਲਾਦਾ ਉਹਦੇ ਵਾਸਤੇ ਖਰਚਾ ਟੋਰਦਾ ਸੀ, 30,000 ਟੋਰਦਾ, 40,000। ਅੱਗੋਂ ਯਾਰ ਨੂੰ ਵੀ ਪੈਸੇ ਟੋਰਦਾ ਸੀ। ਨਾਲ ਜਿਹੜਾ ਯਾਰ ਨੂੰ ਆਖਿਆ ਸੀ ਉਹਨੂੰ ਫੋਨ ਲੈ ਕੇ ਦੇ ਜਨਾਬ ਪੂਰੀ ਰਾਤ ਆਪਣੀ ਮਸ਼ੂਕ ਨਾਲ ਗੱਲਾਂ ਕਰਦਾ ਰਹਿੰਦਾ ਸੀ। ਇਹ ਨਾ ਹੋਵੇ ਕਿ ਮੇਰਾ ਯਾਰ ਜਿਹੜਾ
ਰਾਤੀ ਉਹਦੇ ਕੋਲ ਲੰਮਾ ਪੈ ਜੇ। ਉਹ ਇਸੇ ਤਰ੍ਹਾਂ ਗੱਪਸ਼ਪ ਹੁੰਦੀ ਰਹਿੰਦੀ ਤੇ ਜਿਹੜੇ ਯਾਰ ਦੇ ਘਰ ਵਾਲੇ ਨੇ ਉਹ ਬੜੇ ਪਰੇਸ਼ਾਨ ਸੀ। ਉਹਨਾਂ ਆਖਿਆ ਯਾਰ ਇਹ ਕੀ ਡਰਾਮਾ ਲੱਗਿਆ ਕਿ ਸਾਰੀ ਰਾਤ ਇਹ ਕੁੜੀ ਕਿਸੇ ਨਾਲ ਗੱਲਾਂ ਕਰਦੀ ਰਹਿੰਦੀ ਹੈ, ਸਾਨੂੰ ਆਵਾਜ਼ ਆਉਂਦੀ ਹੈ, ਤੂੰ ਮੁੜਿਆ ਮਨਾ ਨਹੀਂ ਕਰਦਾ। ਉਹਨੇ ਆਖਿਆ ਤੁਸੀਂ ਨਾ ਫਿਕਰ ਕਰੋ, ਆਪਣੀ ਸਹੇਲੀ ਨਾਲ ਲੱਗੀ ਰਹਿੰਦੀ ਹੈ, ਮੈਨੂੰ ਸਾਰੀ ਗੱਲ ਦਾ ਪਤਾ ਹੈ, ਇਸ ਵਾਸਤੇ ਤੁਸੀਂ ਨਾ ਟੈਨਸ਼ਨ ਲਵਿਆ। ਉਹਨੇ ਆਪਣੇ ਘਰਦਿਆਂ ਨੂੰ ਸਮਝਾ ਦਿੱਤਾ। ਉਹ ਜਨਾਬ ਪੈਸੇ ਖੁੱਲੇ ਟੋਰਦਾ ਸੀ, ਅੱਗੂ ਜਿੰਨਾ ਟੋਰਿਆ ਸੀ ਇਹਨੂੰ ਯੂਰਪ ਆਉਂਦੇ ਸਾਡੇ ਹਾਲ ਤੇ ਤੂੰ ਪੈਸੇ ਕੋ ਨਹੀਂ ਟੋਰਦਾ। ਉਹਨੇ ਆਖਿਆ ਕੰਮ ਹੀ ਕੋ ਨਹੀਂ ਇਤਨਾ, ਜਿਸ ਬੰਦੇ ਨੇ ਖੜਿਆ ਸੀ ਉਹਨੇ ਆਖਿਆ ਕੰਮ ਤੇ ਇਹਦਾ ਠੀਕ ਠਾਕ ਹੈ, ਚੰਗੇ ਭਲੇ ਪੈਸੇ ਕਮਾਉਂਦਾ, ਇਹ ਤੇ ਕਿਧਰੇ ਹੋਰ ਪੈਸੇ ਟੋਰਦਾ। ਉਹ ਜਿਸ ਵੇਲੇ ਉਹਨਾਂ ਨੂੰ ਘਰਦਿਆਂ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਆਪਣੀ ਮਸ਼ੂਕ ਨਾਲ ਟੋਰਦਾ, ਉਹ ਜਨਾਬ ਟੁਰ ਕੇ ਉਹਨਾਂ ਦੇ ਘਰ। ਉਹਨਾਂ ਆਖਿਆ ਗੱਲ ਸੁਣੋ ਕਿ ਤੁਹਾਡੇ ਮੁੰਡੇ ਨੇ ਇਹਦੇ ਨਾਲ ਨਿਕਾਹ ਕੀਤੀ ਹੈ, ਸ਼ਾਦੀ ਕੀਤੀ ਹੈ, ਫਿਰ ਵੀ ਜਿਹੜਾ ਸਾਡੇ ਮੁੰਡੇ ਕੋਲੋਂ ਪੈਸੇ ਲੈ ਕੇ ਖਾਂਦੇ। ਉਹਨੇ ਆਖਿਆ ਅਸੀਂ ਤੇ ਕੋਈ ਨਹੀਂ ਪੈਸੇ। ਉਹਨੇ ਆਖਿਆ ਨਹੀਂ ਇਹ ਕੁੜੀ ਜਿਹੜੀ ਹੈ ਨਾ ਇਹ ਸਾਡੇ ਮੁੰਡੇ ਕੋਲੋਂ ਪੈਸੇ ਮੰਗਾ ਕੇ ਖਾਂਦੀ। ਉਹਨੇ ਆਖਿਆ ਕੋਈ ਪੈਸੇ ਸ਼ੈਸੇ ਨਹੀਂ ਮੰਗਾਉਣਾ। ਆਖਿਆ ਗੱਲ ਸੁਣੋ ਇਹਦਾ ਅਕਾਊਂਟ ਚੈੱਕ ਕਰੋ, ਜੇ ਪਰਚੀਆਂ ਨਾ ਆਈਆਂ ਤੇ ਫਿਰ ਜਿਹੜਾ ਤੁਸੀਂ ਸਾਡੇ ਨਾਲ ਗੱਲ ਕਰਿਓ। ਉਹਨਾਂ ਆਖਿਆ ਜੀ ਠੀਕ ਹੈ, ਕੁੜੀ ਨੂੰ ਆਖਨੇ ਆਪਣਾ ਅਕਾਊਂਟ ਚੈੱਕ ਕਰਾ। ਉਹ ਜਿਸ ਵੇਲੇ ਕੁੜੀ ਦਾ ਅਕਾਊਂਟ ਚੈੱਕ ਕੀਤਾ ਤੇ ਵਿੱਚੋਂ ਕੋਈ ਸ਼ੈ ਵੀ ਨਾ ਨਿਕਲੀ। ਜਿਹੜੇ ਪੈਸੇ ਟੋਰਦਾ ਸੀ ਆਪਣੇ ਯਾਰ ਦੇ ਨਾਂ ਤੇ ਟੋਰਦਾ ਤੇ ਯਾਰ ਅੱਗੂ ਜਿਹੜਾ ਮਸ਼ੂਕ ਨੂੰ ਦਿੰਦਾ ਸੀ। ਘਰਦਿਆਂ ਦੀ ਵੀ ਜਿਹੜਾ ਉਸ ਵੇਲੇ ਥੋੜੇ ਮੱਠੇ ਹੋ ਗਏ। ਉਹਨਾਂ ਆਖਿਆ ਚਲੋ ਸਹੀ ਹੋ ਸਕਦਾ ਨਹੀਂ ਟੋਰਦਾ ਹੋਣਾ, ਲੇਕਿਨ ਉਹ ਮੁੰਡੇ ਦੇ ਮਗਰ ਲਾ ਕੇ ਕਿ ਮੁੰਡਿਆ ਘਰ ਪੈਸੇ ਟੋਰਿਆ ਕਰ। ਉਹਨੇ ਆਖਿਆ ਜੀ ਠੀਕ ਹੈ ਕੋਈ ਮਸਲਾ ਨਹੀਂ, ਮੈਂ ਪੈਸੇ ਘਰ ਟੋਰਾ ਕਰਾਂ, ਤੁਸੀਂ ਪਰੇਸ਼ਾਨ ਨਾ ਹੋ, ਅੱਗੂ ਉਹਨਾਂ ਦੇ ਘਰ ਤੁਸੀਂ ਨਹੀਂ ਜਾਣਾ। ਉਹਨੇ ਘਰਦਿਆਂ ਨੂੰ ਮਨਾ ਕੀਤਾ। ਉਹਨਾਂ ਆਖਿਆ ਠੀਕ ਹੈ ਅਸੀਂ ਨਹੀਂ ਜਾਂਦੇ। ਕਰਦਿਆਂ ਕਰਾਇਆ 2 ਸਾਲ ਗੁਜ਼ਰ ਗਏ। ਜਿਸ ਵੇਲੇ 2 ਸਾਲ ਗੁਜ਼ਰੇ ਨੇ ਤੇ ਉਹਨੇ ਆਖਿਆ ਕਿ ਹੁਣ ਤੇ ਮੈਂ ਵਾਪਸ ਆਉਣਾ। ਮਸ਼ੂਕ ਨੂੰ ਆਖਦਾ ਕਿ ਮੈਂ ਜਿਹੜਾ ਨਾ ਤੇਰੀ ਜਿਹੜਾ ਨਾ ਇਹਦੇ ਕੋਲੋਂ ਤਲਾਕ ਕਰਵਾਉਣ ਲੱਗਾ ਤੇ ਮੈਂ ਆਪੂ ਆ ਕੇ ਤੇਰੇ ਨਾਲ ਨਿਕਾਹ। ਉਹਨੇ ਆਖਿਆ ਇੰਨੀ ਦੇਰ ਮੈਂ ਜਿਹੜਾ ਤਲਾਕ ਨਹੀਂ ਲੈਣੀ ਜਿੰਨੀ ਦੇਰ ਤੱਕ ਤੂੰ ਵਾਪਸ ਨਹੀਂ ਆਉਂਦਾ। ਇਹ ਨਾ ਮੈਂ ਇੱਧਰ ਦੀ ਰਵਾਂ ਨਾ ਉੱਧਰ ਦੀ ਰਵਾਂ। ਉਹਨੇ ਆਖਿਆ ਗੱਲ ਸੁਣ ਅੱਗੇ ਬੜਾ ਤੇਰੇ ਕੋਲ ਆ ਕੇ ਬਹਿੰਦਾ ਪਿਆ ਜਾਂ ਤੇਰੇ ਨਾਲ ਲੰਮਾ ਪੈਂਦਾ ਪਿਆ, ਉਹ ਮੈਂ ਹੀ ਉਹਨੂੰ ਆਖਿਆ ਤੇ ਉਹਨੇ ਨਿਕਾਹ ਕੀਤੀ ਆ। ਉਹਨੇ ਆਖਿਆ ਬਹਰਹਾਲ ਜੋ ਵੀ ਹੈ ਨਾ, ਲੇਕਿਨ ਜਿਹੜਾ ਨਾ ਮੈਂ ਜਿਹੜਾ ਇਹ ਨਿਕਾਹ 'ਚ ਰਵਾਂਗੀ, ਮੈਂ ਜਾਂ ਤਲਾਕ ਨਹੀਂ ਲੈਣੀ। ਉਹਨੇ ਆਪਣੇ ਯਾਰ ਨਾਲ ਗੱਲ ਕੀਤੀ। ਉਹਨੇ ਆਖਿਆ ਯਾਰ ਗੱਲ ਸੁਣ ਤੂੰ ਇਹਨੂੰ ਤਲਾਕ ਦੇ, ਬਾਕੀ ਅੱਗੂ ਮੈਂ ਸੰਭਾਲ ਲਾਂ। ਉਹਨੇ ਆਖਿਆ ਯਾਰ ਆਈਏ ਇਸ ਤਰ੍ਹਾਂ ਮੈਂ ਤਲਾਕ ਨਹੀਂ ਦੇਣੀ, ਤੂੰ ਪਾਕਿਸਤਾਨ ਆਵੇਂਗਾ ਤੇ ਫਿਰ ਗੱਲ ਹੋਵੇਗੀ। ਉਹਨੇ ਆਖਿਆ ਚੱਲ ਸਹੀ ਆ। ਇਸ ਤਰ੍ਹਾਂ ਕਰਦਿਆਂ ਕਰਿਆ 3 ਸਾਲ ਗੁਜ਼ਰ ਗਏ। ਜਿਸ ਵੇਲੇ 3 ਸਾਲ ਬਾਅਦ ਵਾਪਸ ਆਇਆ ਪਾਕਿਸਤਾਨ ਤੇ ਯਾਰ ਏਅਰਪੋਰਟ ਤੇ ਲੈਣ ਆਏ ਅਸੀਂ। ਉਹ ਜਿਉਂ ਏਅਰਪੋਰਟ ਤੋਂ ਲੱਥਾ ਉਹਨੇ ਆਖਿਆ ਪਹਿਲਾਂ ਤਾਂ ਮੈਨੂੰ ਆਪਣੀ ਦੇ ਆਪਣੀ ਅੰਮਾ ਦੀ ਕਸਮ ਕਿ ਤੂੰ ਵਾਕਈ ਜਿਹੜਾ ਉਹਨੂੰ ਜਿਹੜਾ ਬਿਲਕੁਲ ਟੱਚ ਨਹੀਂ ਕੀਤਾ। ਉਹਨੇ ਆਖਿਆ ਜਿਹਦੀ ਮਰਜ਼ੀ ਕਸਮ ਲੈ ਲੈ, ਮੈਂ ਉਹਨੂੰ ਟੱਚ ਨਹੀਂ ਕੀਤਾ। ਮੈਨੂੰ ਪਤਾ ਹੈ ਕਿ ਮੈਂ 3 ਸਾਲ ਉਹਦੇ ਕੋਲ ਕਮਰੇ 'ਚ ਕਿਸ ਤਰ੍ਹਾਂ ਲੰਮਾ ਪਿਆ, ਆਪਣੇ ਦਿਲ ਤੇ ਪੱਥਰ ਰੱਖ ਕੇ। ਉਹ ਮੇਰੀ ਬੀਵੀ ਵੀ ਐਸੀ, ਲੇਕਿਨ ਮੈਂ ਉਹਨੂੰ ਹੱਥ ਨਹੀਂ ਲਾਇਆ। ਇਹ ਤੇਰੀ ਅਮਾਨਤ ਹੈ, ਬੇਸ਼ੱਕ ਤੂੰ ਉਹਦੇ ਕੋਲ ਪੁੱਛ ਲੈ ਮੈਂ ਕਿਤਨਾ ਇਹਦਾ ਖਿਆਲ ਰੱਖਿਆ। ਉਹਨੇ ਆਖਿਆ ਉਹਦੇ ਕੋਲ ਕੀ ਪੁੱਛਣਾ, ਬਸ ਮੈਨੂੰ ਤੇਰੇ ਤੇ ਇਤਬਾਰ ਹੈ। ਉਹ ਜਨਾਬ ਸਾਰੀ ਗੱਲ ਉਹਨੇ ਆਖਿਆ ਚੱਲ ਹੁਣ ਫਿਰ ਤਲਾਕ ਦੇ। ਉਹਨੇ ਆਖਿਆ ਯਾਰ ਗੱਲ ਸੁਣ, ਮੇਰੇ ਘਰਦਿਆਂ ਨੇ ਇੱਕ ਫਰਮਾਇਸ਼ ਰੱਖੀ ਹੈ ਮੇਰੇ ਅੱਗੇ, ਪਹਿਲਾਂ ਤੂੰ ਅਗਰ ਉਹ ਮੰਨੇ ਤੇ ਫਿਰ ਗੱਲ ਬਣਦੀ ਹੈ, ਮੇਰੀ ਵੀ ਇੱਜ਼ਤ ਤਾਂ ਰਹਿੰਦੀ। ਉਹਨੇ ਆਖਿਆ ਕੀ ਗੱਲ? ਉਹਨੇ ਆਖਿਆ ਯਾਰ ਮੇਰੀ ਭੈਣ ਨੂੰ ਹੋ ਗਈ ਹੈ ਤਲਾਕ ਤੇ ਉਹ ਘਰ ਦੇ ਕਹਿੰਦੇ ਨੇ ਕਿ ਮੈਂ ਤੇਰੇ ਨਾਲ ਗੱਲ ਕਰਾਂ ਕਿ ਤੂੰ ਉਹਦੇ ਨਾਲ ਨਿਕਾਹ ਕਰੇ। ਉਹਨੇ ਆਖਿਆ ਯਾਰ ਤੈਨੂੰ ਪਤਾ ਕਿ ਮੈਂ ਆਪਣੀ ਮਸ਼ੂਕ ਨੂੰ ਕਿਤਨਾ ਪਿਆਰ ਕਰਨਾ ਤੇ ਤੂੰ ਇਹ ਗੱਲ ਨਾ ਕਰ ਹੈ ਵੀ ਤੂੰ ਇਹਨੂੰ ਤਲਾਕ ਦੇ ਤੇ ਮੈਂ ਇਹਦੇ ਨਾਲ ਨਿਕਾਹ ਕਰਨਾ। ਉਹਨੇ ਆਖਿਆ ਤੂੰ ਮੇਰੀ ਗੱਲ ਮੰਨ, ਕਿਉਂਕਿ ਮੈਂ ਤੇਰੀ ਜਿਹੜਾ 3 ਸਾਲ ਹੋ ਗਏ ਨੇ ਅਮਾਨਤ ਰੱਖੀ ਹੈ, ਮੇਰੇ ਘਰ ਦੇ ਅੱਗੇ ਮੇਰੀ ਇੱਜ਼ਤ ਨਹੀਂ ਰਹਿਣੀ। ਉਹਨੇ ਆਖਿਆ ਯਾਰ ਤੇਰੀ ਭੈਣ ਨੂੰ ਤਲਾਕ ਹੋਈ ਹੈ, ਕਿਧਰੇ ਹੋਰ ਰਿਸ਼ਤਾ ਤਾਕ ਲਾਂਗੇ। ਉਹਨੇ ਆਖਿਆ ਨਾ ਕਿਧਰੇ ਹੋਰ ਨਹੀਂ। ਉਹਨਾਂ ਆਖਿਆ ਕਿ ਤੇਰੇ ਨਾਲ ਹੀ ਨਿਕਾਹ ਕਰਾਉਣਾ। ਉਹ ਜਿਸ ਮਸ਼ੂਕ ਨੂੰ ਪਤਾ ਲੱਗਾ ਉਹਨੇ ਆਖਿਆ ਇਹਦੀ ਭੈਣ ਤੇ ਬੜੀ ਹੁਸ਼ਿਆਰ ਚਲਾਕ ਹੈ ਤੇ ਮੈਂ ਤੇ ਨਹੀਂ, ਅਗਰ ਤੂੰ ਇਹਦੇ ਨਾਲ ਰਹਿਣਾ ਤੇ ਫਿਰ ਮੇਰੇ ਨਾਲ ਨਹੀਂ ਤੂੰ ਰਹਿ ਸਕਦਾ। ਉਹ ਉਹਦੇ ਵਾਸਤੇ ਪਰੇਸ਼ਾਨੀ ਬਣ ਗਈ। ਉਹਨੇ ਆਖਿਆ ਮੈਂ ਹੁਣ ਕਿੱਧਰ ਜਾ। ਯਾਰ ਨੂੰ ਕਹਿੰਦਾ ਹੱਥ ਬੰਨ ਕੇ ਯਾਰ ਤੂੰ ਇਸ ਤਰ੍ਹਾਂ ਜ਼ਿਆਦਤੀ ਨਾ ਕਰ, ਹੈ ਵੀ ਮੈਂ ਆਪਣੀ ਮਸ਼ੂਕ ਬਗੈਰ ਮਰ ਜਾਵਾਂਗਾ। ਉਹਨੇ ਆਖਿਆ ਗੱਲ ਸੁਣ ਮੈਂ ਵੀ ਮਰ ਜਾਵਾਂਗਾ ਜੇ ਮੇਰੀ ਘਰ ਇੱਜ਼ਤ ਨਾ ਰਹੀ ਹੈ ਵੀ। ਉਹਨੇ ਆਖਿਆ ਚੱਲ ਸਹੀ ਹੈ, ਮੈਂ ਤੇਰੀ ਭੈਣ ਨਾਲ ਨਿਕਾਹ ਕਰਨ ਵਾਸਤੇ ਤਿਆਰ ਹਾਂ। ਉਹ ਜਿਸ ਵੇਲੇ ਉਹਦੀ ਭੈਣ ਨਾਲ ਨਿਕਾਹ ਕੀਤਾ ਸੂ ਤੇ ਅੱਗੂ ਜਿਹੜਾ ਉਹ ਜਿਹੜੀ ਮਸ਼ੂਕ ਹੈ ਉਹਨੇ ਆਖਿਆ ਮੈਂ ਹੁਣ ਤੇਰੇ ਨਾਲ ਸ਼ਾਦੀ ਨਹੀਂ ਕਰਨੀ, ਤੈਨੂੰ ਮੈਂ ਪਹਿਲਾਂ ਹੀ ਆਖਿਆ ਸੀ, ਮੈਂ ਹੁਣ ਇਹਦੇ ਨਾਲ ਰਵਾਂਗੀ। ਮੈਂ ਤੇ ਸ਼ੁਕਰ ਕੀਤਾ ਇਹਦੀ ਭੈਣ ਘਰੋਂ ਨਿਕਲੀ ਹੈ, ਇਹਨੇ ਤਾਂ ਮੇਰੇ ਵਾਸਤੇ ਬੜੀ ਮੁਸੀਬਤ ਬਣਾਈ ਸੀ। ਹਮੇਸ਼ਾ ਅਸੀਂ ਦੋਵੇਂ ਲੜਦੀਆਂ ਰਹਿੰਦੀਆਂ ਸਾਂ, ਇਸ ਵਾਸਤੇ ਮੈਂ ਇਸੇ ਘਰ 'ਚ ਖੁਸ਼ ਹਾਂ, ਤੂੰ ਹੁਣ ਉਹਦੇ ਨਾਲ ਰਹਿ। ਉਹਨੇ ਆਖਿਆ ਗੱਲ ਸੁਣ, ਜੇ ਤੂੰ ਮੇਰੇ ਕੋਲ ਨਾ ਆਈ ਨਾ ਮੈਂ ਇਹਨੂੰ ਫੇਰ ਤਲਾਕ ਦੇ ਦੇਣੀ ਹੈ। ਇਹਨੇ ਵਾਪਸ ਆਇਆ। ਉਹਨੇ ਆਖਿਆ ਤੂੰ ਜੋ ਮਰਜ਼ੀ ਕਰ, ਲੇਕਿਨ ਮੈਂ ਹੁਣ ਤਲਾਕ ਨਹੀਂ ਲੈਣੀ। ਜਾ ਕੇ ਆਪਣੇ ਯਾਰ ਨੂੰ ਆਦਾ ਕਿ ਗੱਲ ਸੁਣ ਇਹਨੂੰ ਤਲਾਕ ਦੇ। ਉਹਨੇ ਆਖਿਆ ਠੀਕ ਹੈ ਮੈਂ ਤੇਰੇ ਕਹਿਣ ਤੇ ਤਲਾਕ ਦੇ ਦੇਣਾ। ਉਹਨੇ ਜਨਾਬ ਇਸ ਤਰ੍ਹਾਂ ਕੀਤਾ, ਉਹਨੂੰ ਤਲਾਕ ਦੇ ਦਿੱਤੀ। ਜਿਸ ਵੇਲੇ ਉਹਨੂੰ ਤਲਾਕ ਦਿੱਤੀ ਉਸ ਤੋਂ ਬਾਅਦ ਜਿਹੜਾ ਉਹ ਕਹਿੰਦਾ ਜੀ ਚੱਲ ਮੈਂ ਹੁਣ ਰਾਜ਼ੀ ਹਾਂ ਤੇਰੇ ਤੇ। ਕੁੜੀ ਉੱਥੇ ਵਾਪਸ ਘਰ ਟੁਰ ਗਈ। ਅੱਗੂ ਇਹਦੀ ਭੈਣ ਜਿਹੜੀ ਹੈ ਉਹ ਮਗਰ ਪੈ ਗਈ। ਉਹਨੇ ਆਖਿਆ ਮੈਂ ਤੈਨੂੰ ਜਿਹੜਾ ਨਾ ਉਹਦੇ ਨਾਲ ਸ਼ਾਦੀ ਨਹੀਂ ਕਰਨ ਦੇਣੀ, ਨਹੀਂ ਤੇ ਮੈਂ ਜਾ ਕੇ ਕੇਸ ਕਰ। ਉਹਨੇ ਆਖਿਆ ਜਿੱਥੇ ਮਰਜ਼ੀ ਕੇਸ ਕਰ, ਤੇਰੇ ਭਰਾ ਨਾਲ ਮੈਂ ਪਹਿਲਾਂ ਗੱਲ
ਕੀਤੀ ਹੈ ਕਿ ਮੈਂ ਉਹਦੇ ਨਾਲ ਵਿਆਹ ਕਰਨਾ ਹੈ। ਉਹ ਜਿਸੇ ਤਲਾਕ ਹੋਈ ਸੀ ਉਹਨਾਂ ਨੂੰ ਪਤਾ ਸੀ ਕਿ ਮੁੰਡਾ ਹੁਣ ਯੂਰਪ ਟੁਰ ਗਿਆ, ਆਪੂ ਡਾਇਰੈਕਟ ਉਹਨਾਂ ਦੇ ਘਰ ਗਿਆ, ਜਾ ਕੇ ਆਂਦਾ ਕਿ ਹਾਲਾ ਤੁਹਾਨੂੰ ਪਤਾ ਕਿ ਮੈਂ ਤੁਹਾਡੀ ਕੁੜੀ ਨਾਲ ਕਿੰਨਾ ਪਿਆਰ ਕਰਨਾ ਤੇ ਇਹਨੂੰ ਤਲਾਕ ਹੋ ਗਈ ਹੈ ਤੇ ਮੈਂ ਇਹਦੇ ਨਾਲ ਨਿਕਾਹ ਕਰਨ ਵਾਸਤੇ ਰਾਜ਼ੀ ਹਾਂ। ਉਹਨਾਂ ਆਖਿਆ ਪੁੱਤਰ ਤੇਰੇ ਘਰ ਦੇ ਨਹੀਂ, ਮੈਨੂੰ ਆਖਿਆ ਘਰਦਿਆਂ ਨੂੰ ਤੁਸੀਂ ਛੱਡੋ, ਮੈਂ ਇਹਨੂੰ ਯੂਰਪ ਲੈ ਜਾਵਾਂਗਾ, ਤੁਸੀਂ ਇਸ ਗੱਲ ਦੀ ਟੈਨਸ਼ਨ ਨਹੀਂ ਲੈਣੀ। ਉਹਨੇ ਆਖਿਆ ਠੀਕ ਹੈ ਪੁੱਤਰ ਤੂੰ ਨਿਕਾਹ ਕਰ ਲੈ। ਉਹਨੇ ਜਨਾਬ ਨਿਕਾਹ ਕਰਕੇ ਮਸ਼ੂਕ ਨੂੰ ਆਂਦਾ ਕਿ ਤੂੰ ਉੱਥੇ ਹੀ ਰਹਿਣਾ, ਬਾਅਦ 'ਚ ਮੈਂ ਤੈਨੂੰ ਆ ਕੇ ਲੈ ਜਾਵਾਂਗਾ। ਉਹ ਜਿਹੜੀ ਯਾਰ ਦੀ ਭੈਣ ਸੀ ਉਹਨੂੰ ਤੇ ਆਪਣੇ ਘਰ ਲੈਣ ਦੇ ਅਸੀਂ ਉਹਨੂੰ ਆਖਿਆ ਤੂੰ ਇੱਥੇ ਰਹਿ, ਮਾਂ-ਬਾਪ ਦੀ ਖਿਦਮਤ ਕਰ ਤੇ ਜਿਹੜਾ ਤੈਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋਵੇਗੀ, ਤੈਨੂੰ ਵੀ ਜਿਹੜਾ ਮੈਂ ਯੂਰਪ ਲੈ ਜਾਵਾਂਗਾ। ਉਸ ਤੋਂ ਬਾਅਦ ਗਿਆ ਆਪਣੀ ਮਸ਼ੂਕ ਨੂੰ ਜਿਹੜਾ ਫਿਰ ਆਪਣੇ ਘਰ ਲੈਂਦਾ ਘਰ ਦੇ, ਤਾਂ ਕਿ ਪਰੇਸ਼ਾਨ ਹੋ ਗਏ ਇਹਨੂੰ ਕਿਉਂ ਲੈਂਦੀ, ਕਹਿੰਦਾ ਮੈਂ ਇਹਦੇ ਨਾਲ ਵੀ ਨਿਕਾਹ ਕਰ ਲਿਆ, ਇਹ ਵੀ ਮੇਰੀ ਬੀਵੀ ਆ। ਉਹਨਾਂ ਆਖਿਆ ਪੁੱਤਰ ਕਿਹੜੀ ਗੱਲ ਪਿਆ ਕਰਨੇ, ਇੱਕ ਤੇ ਆਈ ਆ ਮਗਰੂ ਤੂੰ ਇੱਕ ਹੋਰ ਲੈ ਕੇ ਪਿਆ, ਉਹਨੇ 2 ਤਲਾਕਸ਼ੁਦਾ ਜਿਹੜੀ ਆ ਉਹ ਸਾਡੇ ਘਰ ਹੀ ਆਉਣੀਆਂ ਨੇ। ਉਹਨੇ ਆਖਿਆ ਅੰਮਾ ਜੀ ਤੁਸੀਂ ਜੋ ਮਰਜ਼ੀ ਆਖੋ, ਇਹ ਦੋਏ ਮੈਂ ਰੱਖਣੀਆਂ ਨੇ, ਇਹਨਾਂ ਦੋਵਾਂ ਨੂੰ ਮੈਂ ਨਹੀਂ ਛੱਡਣਾ। ਉਹ ਘਰ ਦੇ ਵੀ ਪਰੇਸ਼ਾਨ ਹੋ ਗਏ ਕਿ ਸਾਡੇ ਪੁੱਤਰ ਨੂੰ ਹੋ ਕੇ ਗਿਆ, ਇਹਨੂੰ ਵੀ ਤਲਾਕ ਹੋਈ ਸੀ, ਉਹਨੂੰ ਵੀ ਤਲਾਕ ਹੋਈ ਸੀ, 2 ਤਲਾਕਸ਼ੁਦਾ ਜਿਹੜੀ ਆ ਘਰ ਰੱਖ ਲਈਆਂ। ਲੇਕਿਨ ਖੈਰ ਉਹਨੇ ਦੋਏ ਰੱਖ ਲਈਆਂ। ਜਿਸ ਵੇਲੇ ਆਪਣੀ ਮਸ਼ੂਕ ਕੋਲ ਰਾਤੀ ਗਿਆ, ਉਹ ਜਾ ਕੇ ਉਹਦੇ ਨਾਲ ਜਨਾਬ ਲੰਮਾ ਪਿਆ ਤੇ ਉਹਨੂੰ ਉਹ ਮਜ਼ਾ ਨਾ ਆਇਆ ਜਿਹੜਾ ਪਹਿਲਾਂ ਜਿਹੜਾ ਉਹਨੂੰ ਮਜ਼ਾ ਆਇਆ ਸੀ। ਉਹਨੇ ਆਖਿਆ ਨਹੀਂ ਇਹ ਤੇਰੇ 'ਚੋਂ ਨਾ ਕੋਈ ਫੀਲਿੰਗ ਨਹੀਂ ਆ ਰਹੀ ਹੈ। ਉਹਨੇ ਆਖਿਆ ਕਿਹੜੀ ਗੱਲ ਪਿਆ ਕਰਨੇ। ਉਹ ਜਿਸ ਵੇਲੇ ਮੁੰਡੇ ਦੀ ਭੈਣ ਨਾਲ ਜਾ ਕੇ ਲੰਮਾ ਪਿਆ, ਉਹਨੂੰ ਜਿਹੜਾ ਸਕੂਨ ਠੀਕ ਆਇਆ। ਉਹਨੇ ਆਖਿਆ ਇਹ ਤੇ ਠੀਕ ਹੈ। ਉਹ ਆਸਤਾ ਆਸਤਾ ਕਰਦਿਆਂ ਕਰਾਇਆ ਜਿਹੜਾ ਉਹ ਮੁੰਡੇ ਦੀ ਭੈਣ ਜਿਹੜਾ ਯਾਰ ਆਇਆ ਉਹਦੇ ਨਾਲ ਜਿਹੜਾ ਇਹਦੀ ਸੈਟਿੰਗ ਠੀਕ ਹੋ ਗਈ। ਮਸ਼ੂਕ ਨੂੰ ਜਿਹੜਾ ਉਹਨੇ ਜਿਹੜਾ ਪਾਕਿਸਤਾਨ ਛੱਡ ਦਿੱਤਾ, ਜਿਹੜੀ ਉਹਦੀ ਭੈਣ ਸੀ ਉਹਨੂੰ ਜਨਾਬ ਵੀਜ਼ਾ ਲਵਾ ਕੇ ਤੇ ਉਹ ਬਾਹਰ ਲੈ ਗਿਆ। ਉਹ ਪਿੱਛੋਂ ਰੋਣ ਲੱਗ ਪਈ ਮਸ਼ੂਕ ਕਿ ਤੂੰ ਮੇਰੇ ਨਾਲ ਵਾਅਦੇ ਕੀਤੇ ਸੀ ਤੇ ਤੂੰ ਇਹਨੂੰ ਬਾਹਰ ਲੈ ਗਏ। ਉਹਨੇ ਆਖਿਆ ਬਸ ਤੂੰ ਜੋ ਮਰਜ਼ੀ ਆ, ਤੂੰ ਪਾਕਿਸਤਾਨ ਰਹਿਣਾ ਤੇ ਇਹ ਜਿਹੜੀ ਹੈ ਇੱਥੇ ਮੇਰੇ ਨਾਲ ਬਾਹਰ ਰਵੇਗੀ, ਕਿਉਂਕਿ ਉਹ ਜ਼ਿਆਦਾ ਖਿਦਮਤ ਕਰਦੀ ਸੀ, ਜ਼ਿਆਦਾ ਪਿਆਰ ਮੁਹੱਬਤ ਦੇ ਰਹੀ ਸੀ। ਮਸ਼ੂਕ ਜਿਹੜੀ ਹੈ ਉਹ ਪ੍ਰੋਟੋਕੋਲ ਨਹੀਂ ਸੀ ਦੇ ਰਹੀ, ਉਹਨੂੰ ਇਹ ਲੱਗਦਾ ਸੀ ਕਿ ਇਹ ਮੈਨੂੰ ਜ਼ਿਆਦਾ ਪਿਆਰ ਕਰਦਾ, ਮੈਨੂੰ ਇੰਨਾ ਜਿਹੜਾ ਇਹਦੇ ਤੇ ਜ਼ਿਆਦਾ ਹਾਵੀ ਹੈਵੀ ਰਹਿਣਾ ਚਾਹੀਦਾ। ਉਹ ਜਨਾਬ ਇਸ ਤਰ੍ਹਾਂ ਕਰਕੇ ਤੇ ਉਹ ਉੱਥੇ ਹੀ ਪਾਕਿਸਤਾਨ ਰਹਿ ਗਈ ਤੇ ਜਵਾਨ ਦੂਸਰੀ ਨੂੰ ਲੈ ਗਿਆ। ਕਹਿੰਦਾ ਦੋਵਾਂ 'ਚੋਂ ਮੇਰੇ ਬੱਚੇ ਨੇ, ਦੋਏ ਜਿਹੜੇ ਆਪਣੀ ਜਗ੍ਹਾ ਤੇ ਸੈੱਟ ਨੇ, ਮੇਰੇ ਕੇ ਮਿੰਨਤਾਂ ਕਰਦੀ ਹੈ ਕਿ ਮੈਨੂੰ ਵੀ ਬਾਹਰ ਲੈ ਜਾ, ਲੇਕਿਨ ਉਹਨੂੰ ਮੈਂ ਬਾਹਰ ਨਹੀਂ ਲਿਆਂਦਾ। ਬਾਕੀ ਇਹ ਕਿ ਸਟੋਰੀ ਅਗਰ ਤੁਹਾਨੂੰ ਅੱਛੀ ਲੱਗੇ ਤਾਂ ਕੋਸ਼ਿਸ਼ ਕਰਿਆ ਕਰੋ, ਲਾਈਕ ਵੀ ਕਰਿਆ ਕਰੋ, ਕਮੈਂਟਸ ਵੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ, ਕਿਉਂਕਿ ਤੁਹਾਡਾ ਲਾਈਕ ਜਿਹੜਾ ਨਾ ਸਾਡੇ ਵਾਸਤੇ ਬਹੁਤ ਅਹਿਮੀਅਤ ਰੱਖਦਾ। ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ।